ਹਾਈ ਫਿਊਚਰ ਬਰਡਸ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 11th PSCB ਬਾਇਓਲੋਜੀ ਦਾ ਫਸਟ ਚੈਪਟਰ ਲਿਵਿੰਗ ਵਰਲਡ ਦਾ ਲੈਕਚਰ ਨੰਬਰ 2। ਪਿਛਲੇ ਲੈਕਚਰ ਦੇ ਵਿੱਚ ਆਪਾਂ ਗੱਲ ਕੀਤੀ ਸੀ ਵਾਟ ਇਜ਼ ਨੋਮਨਕਲੇਚਰ ਆਈਡੈਂਟੀਫਿਕੇਸ਼ਨ ਤੱਕ ਗੱਲ ਕੀਤੀ ਸੀ। ਇੱਕ ਵਾਰ ਇਹਨੂੰ ਦੁਬਾਰਾ ਡਿਸਕਸ ਕਰਾਂਗੇ। ਉਸ ਤੋਂ ਬਾਅਦ ਆਪਾਂ ਅੱਜ ਪੂਰਾ ਚੈਪਟਰ ਇਸੀ ਲੈਕਚਰ 'ਚ ਕੰਪਲੀਟ ਕਰਾਂਗੇ। ਨੈਕਸਟ ਕਲਾਸ ਦੇ ਵਿੱਚ ਆਪਾਂ ਬਾਇਓਲੋਜੀਕਲ ਕਲਾਸੀਫਿਕੇਸ਼ਨ ਸਟਾਰਟ ਕਰਨਾ। ਸੋ ਦੇਖੋ, ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਦੇਅਰ ਆਰ ਮਿਲੀਅਨਸ ਆਫ ਪਲਾਂਟਸ ਐਂਡ ਐਨੀਮਲਸ ਇਨ ਦ ਵਰਲਡ। ਜਿਹੜੇ ਵੀ ਪਲਾਂਟਸ ਔਰ ਐਨੀਮਲਸ ਹੈ ਸਭ ਨੇ ਆਪਣੇ ਆਪਣੇ ਲੋਕਲ ਏਰੀਆ ਦੇ ਹਿਸਾਬ ਨਾਲ ਲੋਕਲ ਨੇਮਸ ਦੇ ਰੱਖੇ ਹੈ। ਉਰੇ ਆਪਣੇ ਪੰਜਾਬ 'ਚ ਇਹਨੂੰ ਅੰਬ ਕਹਿੰਦੇ ਨੇ, ਹੈ ਨਾ। ਮੇ ਬੀ ਅਮੈਰੀਕਾ ਵਗੈਰਾ ਦੇ ਵਿੱਚ ਕੁਛ ਹੋਰ ਕਹਿੰਦੇ ਹੋਣਗੇ, ਕੋਈ ਮੈਂਗੋ ਬੋਲਦਾ, ਕੋਈ ਕੁਛ ਬੋਲਦਾ। ਸੋ ਵੀ ਡਿਸਾਈਡਡ ਕਿ ਜੋ ਨੇਮਸ ਹੈ ਉਹ ਪਲੇਸ ਟੂ ਪਲੇਸ ਬਦਲ ਰਹੇ ਨੇ। ਉਸ ਚੀਜ਼ ਤੋਂ ਬਚਣ ਦੇ ਲਈ ਈਵਨ ਵਿਦਨ ਅ ਕੰਟਰੀ, ਈਵਨ ਵਿਦਨ ਅ ਸਟੇਟ ਨਾਮ ਇੰਨੇ ਬਦਲ ਰਹੇ ਹੈ। ਅਤੇ ਕਿਉਂ ਨਾ ਆਪਾਂ ਇੱਕ ਸਾਇੰਟੀਫਿਕ ਨੇਮ ਦੇ ਦਈਏ ਜੋ ਕਿਸੇ ਵੀ ਕੰਟਰੀ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਕਿਤੇ ਨਾ ਬਦਲੇ। ਫੋਰ ਐਗਜ਼ਾਮਪਲ ਵੀ ਹੈਵ ਮੈਂਜੀਫੇਰਾ ਇੰਡੀਕਾ। ਧਿਆਨ ਨਾਲ ਦੇਖੋ ਮੇਰੇ ਲਿਖਣ ਦਾ ਤਰੀਕਾ, ਪਹਿਲਾ ਲੈਟਰ ਕੈਪੀਟਲ, ਦੂਸਰਾ ਛੋਟਾ ਔਰ ਸੈਪਰੇਟਲੀ ਅੰਡਰਲਾਈਨ ਕੀਤਾ ਮੈंने। ਯਾਦ ਰੱਖਣਾ ਹੈ, ਵੈਸੇ ਆਪਾਂ ਅੱਗੇ ਡਿਸਕਸ ਕਰਨਾ ਹੈ। ਇਹ ਜੋ ਹੈ ਇਹ ਮੈਂਗੋ ਦਾ ਸਾਇੰਟੀਫਿਕ ਨੇਮ ਹੈ। ਔਰ ਹੁਣ ਤੁਸੀਂ ਕਿਸੇ ਨੂੰ ਵੀ ਮੈਂਜੀਫੇਰਾ ਇੰਡੀਕਾ ਕਹੋਗੇ, ਪੂਰੇ ਵਰਲਡ ਦੇ ਵਿੱਚ ਇੱਕੋ ਹੀ ਮੈਂਜੀਫੇਰਾ ਇੰਡੀਕਾ, ਦੈਟ ਇਜ਼ ਮੈਂਗੋ। ਠੀਕ ਹੈ। ਨੈਕਸਟ ਇਜ਼ ਨੋਮਨਕਲੇਚਰ। ਸੋ ਨੋਮਨਕਲੇਚਰ ਉਹੀ ਦੱਸਿਆ ਹੋਇਆ ਹੈ ਕਿ ਹਰ ਚੀਜ਼ ਦਾ ਨਾਮ ਜੋ ਹੈ ਉਹ ਪਲੇਸ ਟੂ ਪਲੇਸ ਬਦਲਦਾ ਰਹਿੰਦਾ ਹੈ। ਇਸ ਕਰਕੇ ਆਪਾਂ ਸਟੈਂਡਰਡਾਈਜ਼ ਕਰਤਾ ਤਾਂ ਕਿ ਉਹ ਨਾਮ ਪੂਰੇ ਵਰਲਡ ਦੇ ਵਿੱਚ ਸੇਮ ਹੋਵੇ। ਇੱਕ ਅਗਰ ਮੈਂਜੀਫੇਰਾ ਇੰਡੀਕਾ ਮੈਂਗੋ ਦਾ ਹੈ ਤਾਂ ਪੂਰੇ ਵਰਲਡ 'ਚ ਸਿਰਫ ਮੈਂਗੋ ਦਾ ਹੀ ਨਾਮ ਹੈ। ਅਗਰ ਮੈਂ ਕਿਸੇ ਨੂੰ ਮੈਂਜੀਫੇਰਾ ਇੰਡੀਕਾ USA 'ਚ ਕਵਾਂ, ਵੈਦਰ ਇਟ ਇਜ਼ ਇਨ ਰਸ਼ੀਆ, ਕੋਈ ਵੀ ਜਗ੍ਹਾ 'ਤੇ ਕਵਾਂ, ਇਟ ਵਿਲ ਆਲਵੇਜ਼ ਇੰਡੀਕੇਟ ਮੈਂਗੋ। ਸੋ ਇਹ ਹੁੰਦਾ ਹੈ ਨੋਮਨਕਲੇਚਰ। Identification is only possible, identification is the thing which is needed। ਆਈਡੈਂਟੀਫਿਕੇਸ਼ਨ ਦੇ ਵਿੱਚ ਆਪਾਂ ਕੀ ਕਰਦੇ ਹਾਂ, ਕਿਸੇ ਵੀ ਆਬਜੈਕਟ ਨੂੰ ਡਿਸਕਰਾਈਬ ਕਰਦੇ ਹਾਂ, ਆਈਡੈਂਟੀਫਾਈ ਕਰਦੇ ਹਾਂ ਕਿ ਇਹ ਪੌਦਾ ਹੈ ਜਾਂ ਐਨੀਮਲ ਹੈ। ਐਨੀਮਲ ਹੈ ਤਾਂ ਕਿਹੜਾ ਐਨੀਮਲ ਹੈ, ਇਹਦੇ ਕੋਲ ਕਿਹੜਾ ਬਲੱਡ ਹੈ, ਕਿੱਦਾਂ ਦੀ ਇਹਦਾ ਡਾਈਜੈਸਟਿਵ ਸਿਸਟਮ ਹੈ। ਬੇਸਿਕਲੀ ਵੀ ਆਈਡੈਂਟੀਫਾਈ ਉਸ ਚੀਜ਼ ਨੂੰ ਕਿ ਇਹ ਕਿਸ ਨਾਲ ਮੇਲ ਖਾ ਰਿਹਾ, ਕਿਸ ਨਾਲ ਮੈਚ ਹੋ ਰਿਹਾ। ਹੁਣ ਤੁਸੀਂ ਰੈਂਡਮ ਕਿਸੇ ਜਗ੍ਹਾ 'ਤੇ ਐਕਸਪਲੋਰ ਕਰ ਰਹੇ ਹੋ, ਤੁਹਾਨੂੰ ਇੱਕ ਨਿਊ ਸਪੀਸ਼ੀਜ਼ ਮਿਲ ਗਈ, ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ, ਉਸਨੂੰ ਆਈਡੈਂਟੀਫਾਈ ਕਰੋਗੇ ਨਾ ਕਿ ਕਿਹਦੇ ਨਾਲ ਮਿਲਦੀ ਜੁਲਦੀ ਹੈ, ਪਲਾਂਟ ਹੈ, ਐਨੀਮਲ ਹੈ। ਉਸ ਤੋਂ ਬਾਅਦ ਐਨੀਮਲ ਦੇ ਵਿੱਚ ਵੀ ਕੀ ਹੈ ਆਪਾਂ ਪੜ੍ਹਾਂਗੇ। ਆਪਣੇ ਕੋਲ 10 ਜਿਹੜੇ ਨੇ ਪੜ੍ਹਨੀ ਹੁੰਦੀ ਹੈ। ਆਪਣੇ ਕੋਲ ਫੋਰੀਫੇਰਾ, ਸੀਲਨ, ਟੋਟੋਟੀਨੋਫੋਰਾ, ਸਾਰਾ ਆਪਾਂ ਡਿਸਕਸ ਕਰਾਂਗੇ। ਪਲਾਂਟਸ ਦੇ ਵਿੱਚ ਆਪਣੇ ਕੋਲ ਟੈਰੀਡੋਫਾਈਟ, ਜਿਮਨੋਸਪਰਮ, ਇਹ ਸਭ ਡਿਸਕਸ ਕਰਨਾ ਆਪਾਂ। ਸੋ ਆਲ ਦਿਸ ਮੈਂ ਤੁਹਾਨੂੰ ਕਿਉਂ ਦੱਸਿਆ, ਬਿਕੋਜ਼ ਵੀ ਆਰ ਗੋਇੰਗ ਟੂ ਆਈਡੈਂਟੀਫਾਈ। ਦ ਫਸਟ ਸਟੈਪ ਇਜ਼ ਆਈਡੈਂਟੀਫਿਕੇਸ਼ਨ। ਸੋ ਨੋਮਨਕਲੇਚਰ ਜਾਂ ਨੇਮਿੰਗ ਸਿਰਫ ਉਦੋਂ ਹੀ ਪੋਸੀਬਲ ਹੈ ਨਾ ਜਦੋਂ ਮੈਂ ਉਸਨੂੰ ਡਿਸਕਰਾਈਬ ਕਰੂੰਗੀ। ਡਿਸਕਰਾਈਬ ਕਰਕੇ ਫਿਰ ਮੈਂ ਪਤਾ ਕਰੂੰਗੀ ਕਿ ਔਰਗੈਨਿਜ਼ਮ ਕਿੱਦਾਂ ਦਾ ਹੈ, ਕਿਹਦੇ ਨਾਲ ਮੇਲ ਖਾਂਦਾ ਹੈ। ਦੈਟ ਇਜ਼ ਆਈਡੈਂਟੀਫਿਕੇਸ਼ਨ, ਕਿ ਪਤਾ ਲਗਾਉਣਾ। ਉਸ ਤੋਂ ਬਾਅਦ ਹੁੰਦਾ ਹੈ ਸਾਇੰਟੀਫਿਕ ਨੇਮਸ। ਸਾਇੰਟੀਫਿਕ ਨੇਮਸ ਅਗਰ ਆਪਾਂ ਦੇਖੀਏ ਇਹ ਕਿਉਂ ਬਣਾਏ ਗਏ ਸੀਗੇ, ਮੈਂ ਦੱਸ ਚੁੱਕੀ ਹਾਂ। ਉਸ ਤੋਂ ਬਾਅਦ ਦੇ ਆਰ ਡਨ ਟੂ ਐਕਸੈਪਟੇਬਲ ਟੂ ਬਾਇਓਲੋਜਿਸਟ ਆਲ ਓਵਰ ਦ ਵਰਲਡ, ਕਿ ਹਰ ਪੂਰੇ ਵਰਲਡ ਦੇ ਬਾਇਓਲੋਜਿਸਟ ਇਹਨੂੰ ਐਕਸੈਪਟ ਕਰਦੇ ਨੇ। ਮੈਂਜੀਫੇਰਾ ਇੰਡੀਕਾ ਉਰੇ ਮੈਂਗੋ ਹੈ ਤਾਂ ਪੂਰੇ ਵਰਲਡ 'ਚ ਮੈਂਗੋ ਹੈ। ਇਹੀ ਚੀਜ਼ ਮੈਂ ਬਾਰ-ਬਾਰ ਰਿਪੀਟ ਕਰ ਰਹੀ, ਬਿਕੋਜ਼ ਸਾਇੰਟੀਫਿਕ ਨੇਮ ਬਣਾਉਣ ਦਾ ਕਾਰਨ ਇਹੀ ਸੀਗਾ ਕਿ ਕਨਫਿਊਜ਼ਨ ਨਾ ਹੋਏ। ਕੋਈ ਕਿਸੇ ਨੂੰ ਮੈਂਗੋ ਕਹਿ ਰਿਹਾ ਹੈ, ਕੋਈ ਕਿਸੇ ਨੂੰ ਅੰਬ ਕਹਿ ਰਿਹਾ ਹੈ। ਹੁਣ ਆਪਾਂ ਨੂੰ ਪੰਜਾਬੀ ਆਉਂਦੀ, ਆਪਾਂ ਨੂੰ ਸਮਝ ਆਉਂਦਾ, ਬਾਕੀ ਨੂੰ ਥੋੜ੍ਹੀ ਆਉਂਦੀ ਹੈ। ਦੈਟਸ ਵਾਈ ਇੱਕ ਕਾਮਨ ਲੈਂਗੁਏਜ ਵਿਚ ਇਜ਼ ਲੈਟਿਨ। ਵਾਈ ਵੀ ਆਲਵੇਜ਼ ਚੂਜ਼ ਲੈਟਿਨ। ਲੈਟਿਨ ਲੈਂਗੁਏਜ ਦੇ ਵਿੱਚ ਆਪਾਂ ਸਾਰੀ ਸਪੀਸ਼ੀਜ਼ ਦੇ ਨਾਮ ਜਿਹੜੇ ਆ ਫਿਕਸ ਕਰਤੇ ਸੋ ਦੈਟ ਹਰ ਜਗ੍ਹਾ 'ਤੇ ਉਹਦਾ ਨਾਮ ਸੇਮ ਹੀ ਰਹੇ। ਵਾਈ ਵੀ ਆਰ ਚੂਜ਼ਿੰਗ ਲੈਟਿਨ ਓਨਲੀ। ਹਿੰਦੀ ਕਿਉਂ ਨਹੀਂ, ਰਸ਼ੀਅਨ ਕਿਉਂ ਨਹੀਂ, ਇੰਗਲਿਸ਼ ਕਿਉਂ ਨਹੀਂ, ਕੋਈ ਹੋਰ ਲੈਂਗੁਏਜ ਕਿਉਂ ਨਹੀਂ? ਵਾਈ ਆਰ ਵੀ ਚੂਜ਼ਿੰਗ ਲੈਟਿਨ? ਬਿਕੋਜ਼ ਇਟ ਇਜ਼ ਅ ਡੈਡ ਲੈਂਗੁਏਜ। ਵਟ ਡੂ ਯੂ ਮੀਨ ਬਾਈ ਡੈਡ ਲੈਂਗੁਏਜ? ਇਸ 'ਚ ਕੋਈ ਵੀ ਨਵੇਂ ਵਰਡਸ ਐਡ ਜਾਂ ਆਪਾਂ ਘਟਾ ਨਹੀਂ ਸਕਦੇ। ਸਿੰਪਲੀ ਇਨ ਦ ਸੈਂਸ ਤੁਸੀਂ ਹਿੰਦੀ ਲੈ ਲਓ, ਹਿੰਦੀ ਦੇ ਵਿੱਚ ਪਹਿਲਾ ਵਰਡ ਫੇਮਸ ਸੀ ਵਿਦਿਆਲਿਆ, ਲੇਕਿਨ ਹੁਣ ਆਪਾਂ ਇੱਦਾਂ ਸਕੂਲ ਹੀ ਲਿਖਣ ਲੱਗ ਗਏ। ਸਕੂਲ ਇੰਗਲਿਸ਼ ਦਾ ਵਰਡ ਹੈ, ਲੇਕਿਨ ਹਿੰਦੀ ਆਪਣੀ ਲਿਵਿੰਗ ਲੈਂਗੁਏਜ ਹੈ। ਹਿੰਦੀ ਆਪਾਂ ਕਰੰਟਲੀ ਬੋਲ ਰਹੇ ਹਾਂ, ਇਸ ਕਰਕੇ 'ਚ ਨਵੇਂ ਨਵੇਂ ਸ਼ਬਦ ਜੁੜਦੇ ਜਾ ਰਹੇ ਆ। ਇੰਗਲਿਸ਼ ਵਰਡ ਵੀ ਹਿੰਦੀ 'ਚ ਆ ਗਿਆ, ਇਟ ਬਿਕੇਮ ਸਕੂਲ, ਰਾਈਟ। ਦੈਟਸ ਵਾਈ ਵੀ ਚੋਜ਼ ਲੈਟਿਨ, ਤਾਂ ਕਿ ਫਿਊਚਰ ਜਨਰੇਸ਼ਨਸ ਜਦ ਤੱਕ ਆਉਣ ਇਹ ਨਾ ਹੋਵੇ ਕਿ ਮੇਰੇ ਜੋ ਵਰਡਸ ਆ ਉਹ ਬਦਲ ਚੁੱਕੇ ਹੋਣ, ਲੈਂਗੁਏਜ ਬਦਲ ਚੁੱਕੇ। ਦੈਟਸ ਵਾਈ ਵੀ ਚੂਜ਼ ਅ ਡੈਡ ਲੈਂਗੁਏਜ ਜੋ ਬਦਲਦੀ ਨਹੀਂ। ਲੈਟਿਨ ਜੋ ਹੈ ਆਉਣ ਵਾਲੇ ਕਿੰਨੇ ਸਾਲਾਂ ਤੱਕ ਐਜ਼ ਇਟ ਇਜ਼ ਰਹੇਗੀ। ਜੋ ਆਪਾਂ ਜਿੰਨੀ ਵੀ ਰਿਸਰਚ ਕਰਕੇ ਜਾ ਰਹੇ ਹਾਂ ਉਹ ਲੈਟਿਨ 'ਚ ਛੱਡ ਕੇ ਜਾ ਰਹੇ ਹਾਂ, ਸੋ ਦੈਟ ਆਪਣੀ ਫਿਊਚਰ ਜਨਰੇਸ਼ਨਸ ਉਹਨੂੰ ਪੜ੍ਹ ਕੇ ਸਮਝ ਸਕਣ। ਨੈਕਸਟ ਇਜ਼ ਬਾਇਨੋਮੀਅਲ ਨੋਮਨਕਲੇਚਰ। ਬਾਇਨੋਮੀਅਲ ਨੋਮਨਕਲੇਚਰ ਸੀ ਕੈਰੋਲਸ ਲੀਨੀਅਸ ਨੇ ਦਿੱਤਾ ਸੀ। ਹੀ ਵਾਜ਼ ਅ ਸਾਇੰਟਿਸਟ। ਇਹਨੂੰ ਆਪਾਂ ਅਗਲੇ ਚੈਪਟਰ 'ਚ ਡਿਸਕਸ ਕਰਨਾ ਹੈ। ਕੈਰੋਲਸ ਲੀਨੀਅਸ ਨੇ ਕੀ ਕਿਹਾ ਸੀ ਵੀ ਆਪਾਂ ਕਿਸੇ ਵੀ
ਸਪੀਸ਼ੀਜ਼ ਦਾ ਨਾਮ ਦੇਵਾਂਗੇ, ਉਸ ਨਾਮ ਨੂੰ ਆਪਾਂ ਦੋ ਪਾਰਟਸ 'ਚ ਦੇਵਾਂਗੇ। ਫੋਰ ਐਗਜ਼ਾਮਪਲ ਮੈਨੇ ਉਰੇ ਮੈਂਜੀਫੇਰਾ ਇੰਡੀਕਾ ਦਿੱਤਾ, ਸੋ ਇਹਦੇ ਵਿੱਚ ਦੋ ਨਾਮ ਹੈ, ਇੱਕ ਤਾਂ ਜੀਨਸ ਹੁੰਦਾ ਹੈ, ਇੱਕ ਸਪੀਸ਼ੀਜ਼ ਐਪੀਥੈਟ ਹੁੰਦਾ ਹੈ, ਔਰ ਤੀਸਰਾ ਇਹਦੇ ਵਿੱਚ ਇੱਕ ਸਾਇੰਟਿਸਟ ਦਾ ਨੇਮ ਵੀ ਆਉਂਦਾ ਹੁੰਦਾ ਹੈ, ਉਹ ਵੀ ਆਪਾਂ ਅੱਗੇ ਡਿਸਕਸ ਕਰਨਾ ਹੈ। ਸੋ ਮੇਨਲੀ ਇਟ ਇਜ਼ ਬਾਇਨੋਮੀਅਲ, ਦੋ ਨਾਮ ਵਾਲਾ ਨੋਮਨਕਲੇਚਰ। ਦੋ ਨਾਮ ਨਹੀਂ ਹੈ, ਇੱਕ ਹੀ ਨਾਮ ਦੇ ਵਿੱਚ ਦੋ ਪਾਰਟਸ ਹੈ। ਸੋ ਵੈਸੇ ਕੈਰੋਲਸ ਲੀਨੀਅਸ ਨੇ ਜੋ ਖੁਦ ਦਿੱਤੀ ਸੀ, ਬੁੱਕ ਦਿੱਤੀ ਸੀ ਲੀਨੀਅਸ ਇਨ ਦ 10th ਐਡੀਸ਼ਨ ਆਫ ਹਿਸ ਬੁੱਕ ਸਿਸਟਮਾ ਨੈਚੁਰੇ, ਇਹਦੇ ਵਿੱਚ ਨੇ all valid names of animals ਦੇ ਕੇ ਹੀ died, ਮਤਲਬ ਉਹ ਪੂਰੇ ਜਾਨਵਰ ਦਾ ਨਾਮ ਦੇ ਕੇ ਹੀ ਮਰਿਆ ਸੀਗਾ। ਇਨ ਪੂਰੇ ਪਲਾਂਟਸ ਦੇ ਵੀ ਇਨ ਦ ਬੁੱਕ ਸਪੀਸ਼ੀਜ਼ ਪਲਾਂਟਰਮ ਨਾਮ ਪੁੱਛ ਜਾ ਸਕਦੇ ਹੈ। ਸਿਸਟਮਾ ਨੈਚੁਰੀ ਪਲਾਂਟਸ ਉਹਦੇ ਐਨੀਮਲਸ ਦੇ ਨੇਮ ਕੈਰੀ ਕਰਦੀ ਹੈ, ਸਪੀਸ਼ੀਜ਼ ਪਲਾਂਟਰਮ ਪਲਾਂਟਸ ਦੇ ਨੇਮ ਕੈਰੀ ਕਰਦੀ ਹੈ। ਬੰਦਾ ਖੁਦ ਹੀ ਜਿੰਨੇ ਨਾਮ ਦਿੱਤੇ ਜਾ ਸਕਦੇ ਸੀ ਦੇ ਕੇ ਗਿਆ ਸੀ। ਅਕੋਰਡਿੰਗ ਟੂ ਦਿਸ ਸਿਸਟਮ ਨੇਮ ਆਫ ਸਪੀਸ਼ੀਜ਼ ਦੇ ਵਿੱਚ ਦੋ ਵਰਡਸ ਹੋਣੇ ਚਾਹੀਦੇ ਹੈ, ਲੈਟਿਨ ਦੇ ਵਿੱਚ ਹੋਣੇ ਚਾਹੀਦੇ ਹੈ। ਪਹਿਲਾ ਵਰਡ ਹੈ ਜਿਹਨੂੰ ਆਪਾਂ ਜੈਨਰਿਕ ਨੇਮ ਕਹਿੰਦੇ ਹਾਂ ਜਾਂ ਜੀਨਸ ਕਹਿੰਦੇ ਹਾਂ। ਸੈਕਿੰਡ ਨੇਮ, ਦਿਸ ਇਜ਼ ਅ ਸੈਕਿੰਡ ਨੇਮ, ਉਹਨੂੰ ਆਪਾਂ ਸਪੈਸੀਫਿਕ ਐਪੀਥੇਟ ਜਾਂ ਸਪੀਸ਼ੀਜ਼ ਕਹਿੰਦੇ ਹਾਂ। ਠੀਕ ਹੈ, ਜਿਵੇਂ ਆਪਣੇ ਕੋਲ ਐਗਜ਼ਾਮਪਲ ਹੈ ਮੈਂਜੀਫੇਰਾ ਇੰਡੀਕਾ ਮੈਂਗੋ, ਹੋਮੋਸੇਪੀਅਨ ਮੈਨ। ਹੁਣ ਤੁਸੀਂ ਇੱਕ ਚੀਜ਼ ਨੋਟਿਸ ਕਰੋ, ਇਹਨਾਂ ਨੇ ਇਹਨਾਂ ਨੂੰ ਅੰਡਰਲਾਈਨ ਕੀਤਾ ਔਰ ਸੈਪਰੇਟਲੀ ਅੰਡਰਲਾਈਨ ਕੀਤਾ, ਪੂਰੇ ਵਰਡ ਨੂੰ ਇਕੱਠਾ ਨਹੀਂ ਕੀਤਾ ਮੈਂਜੀਫੇਰਾ ਤੇ ਇੰਡੀਕਾ ਨੂੰ। ਇਹ ਸਾਰੇ ਰੂਲਸ ਹੁੰਦੇ ਆ ਹਾਊ ਟੂ ਰਾਈਟ ਅ ਨੇਮ, ਕਰਦੇ ਇਹਨਾਂ ਨੂੰ ਵੀ ਡਿਸਕਸ। ਬਾਕੀ ਇੱਕ ਟ੍ਰਾਈਨੋਮੀਅਲ ਨੋਮਨਕਲੇਚਰ ਵੀ ਹੈ, ਇਹ ਸਬ ਸਪੀਸ਼ੀਜ਼ ਵਿੱਚ ਯੂਜ਼ ਹੁੰਦਾ ਹੈ। ਬੇਸਿਕਲੀ ਅਗਰ ਆਪਾਂ ਜ਼ੂਲੌਜੀ ਔਰ ਬੋਟਨੀ ਨੂੰ ਡਿਟੇਲ 'ਚ ਪੜ੍ਹਦੇ ਹਾਂ, ਉੱਥੇ ਆਪਾਂ ਨੂੰ ਪਤਾ ਲੱਗਦਾ ਜਿਵੇਂ ਆਪਾਂ ਜੋ ਹਿਊਮਨਸ ਆ, ਆਪਣਾ ਐਕਚੁਅਲ ਪੂਰਾ ਨਾਮ ਹੈ ਹੋਮੋਸੇਪੀਅਨ ਸੇਪੀਅਨ। ਇਹ ਟ੍ਰਾਈਨੋਮੀਅਲ ਨੋਮਨਕਲੇਚਰ 'ਚ ਆਉਂਦਾ ਹੈ, ਇੱਕ ਨਾਮ 'ਚ ਤਿੰਨ ਹਿੱਸੇ ਹੁੰਦੇ ਆ। ਬਾਕੀ ਮੇਨਲੀ ਆਪਾਂ ਤਾਂ ਬਾਇਨੋਮੀਅਲ ਹੀ ਡਿਸਕਸ ਕਰਨਾ ਹੈ। ਬਾਇਨੋਮੀਅਲ ਦੇ ਵਿੱਚ ਦੇਖੋ ਆਪਣੇ ਕੋਲ ਦੋ ਇੰਟਰਨੈਸ਼ਨਲ ਬੋਡੀਜ਼ ਆਉਂਦੀਆਂ। ਸਭ ਤੋਂ ਪਹਿਲੀ ਇਜ਼ ICBN, ਦੂਸਰੀ ਇਜ਼ ICZN। ਇਟ ਇਜ਼ ਇੰਟਰਨੈਸ਼ਨਲ ਕੋਡ ਫॉर ਬੋਟਨੀਕਲ ਨੋਮਨਕਲੇਚਰ, ਜੋ ਕਿ ਪੌਦਿਆਂ ਦੇ ਨਾਮ ਨੂੰ ਸੰਭਾਲੇਗੀ। ਐਨੀਮਲਸ ਦੇ ਲਈ ਹੈ ਇੰਟਰਨੈਸ਼ਨਲ ਕੋਡ ਆਫ ਜ਼ੂਲੌਜੀਕਲ ਨੋਮਨਕਲੇਚਰ ਆਫ 4 ਦਾ ਧਿਆਨ ਰੱਖਣਾ। ਠੀਕ ਹੈ, ਨੈਕਸਟ ਇਜ਼ ਬਾਕੀ ਬੈਕਟੀਰੀਆ ਦੇ ਲਈ ਵੀ ਹੈ ਔਰ ਵਾਇਰਸ ਦੇ ਵੀ ਲਈ ਹੈ ਇੰਟਰਨੈਸ਼ਨਲ ਕੋਡ ਆਫ ਬੈਕਟੀਰੀਓਲੋਜੀਕਲ ਨੋਮਨਕਲੇਚਰ, ਜੋ ਬੈਕਟੀਰੀਆ ਦੇ ਨਾਮਕਰਨ ਕਰਦੀ ਹੈ, ਐਂਡ ਇੰਟਰਨੈਸ਼ਨਲ ਕੋਡ ਆਫ ਵਾਇਰਲ ਨੋਮਨਕਲੇਚਰ, ਜੋ ਵਾਇਰਸਿਸ ਦਾ ਨਾਮ ਰੱਖਦੀ ਹੈ। ਹੁਣ ਆਪਾਂ ਇੱਥੇ ਕੁਝ ਰੂਲਸ ਪੜ੍ਹਨੇ ਆ, ਜੋ ਮੈਂ ਤੁਹਾਨੂੰ ਬਾਰ-ਬਾਰ ਵੈਸੇ ਦੱਸ ਹੀ ਚੁੱਕੀ ਹਾਂ। ਹਰ ਆਰਗੈਨਿਜ਼ਮ ਦਾ ਅਲੱਗ ਨਾਮ ਹੈ, ਜਿਹਦੇ ਵਿੱਚ ਦੋ ਵਰਡਸ ਹੋਣਗੇ, ਪਹਿਲਾ ਜਨਰਿਕ, ਦੂਜਾ ਸਪੈਸੀਫਿਕ। और generic और specific words should not have less than 3 letters or more than 12 letters, ਇਹ ਵੀ ਇੱਕ ਕੰਡੀਸ਼ਨ ਹੈ। ਦੂਸਰਾ ਇਹ ਤਾਂ ਵੈਸੇ ਇਹਨਾਂ ਪੁੱਛਦੇ ਨੇ ਮੇਨ, ਵਿਚ ਇਜ਼ ਜੈਨਰਿਕ ਦਾ ਪਹਿਲਾ ਲੈਟਰ ਆਲਵੇਜ਼ ਕੈਪੀਟਲ ਐਂਡ ਸਪੈਸੀਫਿਕ ਦਾ ਆਲਵੇਜ਼ ਸਮਾਲ ਲੈਟਰ, ਔਰ ਪਹਿਲਾ ਜੈਨਰਿਕ ਨੇਮ ਆਏਗਾ ਫਿਰ ਸਪੈਸੀਫਿਕ ਐਪੀਥੈਟ ਆਏਗਾ। ਨੈਕਸਟ ਇਜ਼ ਬਾਇਓਲੋਜੀਕਲ ਨੇਮਸ ਜਨਰਲੀ ਲੈਟਿਨ 'ਚ ਲਿਖਣੇ ਆ, ਔਰ ਅਗਰ ਤੁਸੀਂ ਉਹਨਾਂ ਨੂੰ ਪ੍ਰਿੰਟ ਕਰ ਰਹੇ ਹੋ ਤਾਂ ਇਟੈਲਿਕ 'ਚ ਲਿਖੋਗੇ। ਐਂਡ ਅਗਰ ਲੈਟਸ ਸੇ ਕਿਸੇ ਹੋਰ ਲੈਂਗੁਏਜ 'ਚੋਂ ਲੈਟਿਨ ਦੀ ਬਜਾਏ ਮੈਂ ਕਿਸੇ ਹੋਰ ਲੈਂਗੁਏਜ 'ਚੋਂ ਕੋਈ ਵਰਡ ਚੱਕ ਰਹੀ ਹਾਂ, ਤਾਂ ਉਸ ਵਰਡ ਨੂੰ ਡਾਇਰੈਕਟ ਯੂਜ਼ ਨਹੀਂ ਕੀਤਾ ਜਾ ਸਕਦਾ। ਯੂ ਹੈਵ ਟੂ ਲੈਟਿਨਾਈਜ਼ਡ ਦੈਟ ਵਰਡ, ਕੁਛ ਨਾ ਕੁਛ ਐਸਾ ਕਰਨਾ ਪਏਗਾ ਕਿ ਉਹ ਵਰਡ ਜੋ ਹੈ ਉਹ ਲੈਟਿਨ ਦਾ ਲੱਗੇ, ਲੈਟਿਨ ਦਾ ਬਣ ਜਾਏ। ਠੀਕ ਹੈ, ਨੈਕਸਟ ਇਜ਼ ਬੋਥ ਦ ਵਰਡਸ ਇਨ ਅ ਬਾਇਓਲੋਜੀਕਲ ਨੇਮ, ਜਦੋਂ ਆਪਾਂ ਉਹਨਾਂ ਨੂੰ ਹੈਂਡ ਰਿਟਨ ਲਿਖ ਰਹੇ ਹਾਂ, ਪ੍ਰਿੰਟਿੰਗ ਵੇਲੇ ਤਾਂ ਆਪਾਂ ਇਟੈਲਿਕ ਸ਼ੋ ਕਰਕੇ ਕੰਮ ਸਾਰ ਸਕਦਾ, ਲੇਕਿਨ ਜਦੋਂ ਮੈਂ ਉਹਨੂੰ ਹੈਂਡ ਰਿਟਨ ਲਿਖ ਰਹੀ ਹਾਂ ਸੈਪਰੇਟਲੀ ਅੰਡਰਲਾਈਨ ਕਰਨਾ ਨੈਸੈਸਰੀ ਹੈ, ਮਾਰਕਸ ਕੱਟ ਜਾਣਗੇ। the scientific name retain its original spellings ਦਾ ਬਿਲਕੁਲ ਧਿਆਨ ਰੱਖਿਆ ਜਾਏ। the same generic name cannot be given in the same kingdom, ਮਤਲਬ ਕੀ ਹੈ, ਇੱਕ ਸਪੈਸੀਫਿਕ ਵਰਡ ਹੈ ਉਹ several times यूज ਹੋ ਸਕਦਾ ਹੈ, ਲੇਕਿਨ ਕਿੰਗਡਮ ਸੇਮ ਨਹੀਂ ਹੋਣਾ ਚਾਹੀਦਾ। ਠੀਕ ਹੈ, ਫॉर एग्जांपल ਮੈਂਜੀਫੇਰਾ ਇੰਡੀਕਾ। ਨੈਕਸਟ ਇਜ਼ ਆ ਲਿਨ ਵਾਲਾ ਜੋ ਮੈਂ ਤੁਹਾਨੂੰ ਦੱਸ ਰਹੀ ਸੀਗੀ, ਕਿ ਅਗਰ ਮੈਂ ਨੇਮ ਆਫ ਦ ਆਥਰ ਲਿਖਣਾ ਹੈ ਆਫਟਰ ਸਪੈਸੀਫਿਕ ਐਪੀਥੈਟ, ਮੈਂ ਲਿਖ ਸਕਦੀ ਹਾਂ। ਇੱਥੇ ਇੱਕ ਚੀਜ਼ ਧਿਆਨ ਰੱਖਣੀ ਹੈ, ਪਹਿਲੀ ਗੱਲ ਤਾਂ ਉਹਦਾ ਪੂਰਾ ਨਾਮ ਨਹੀਂ ਲਿਖਿਆ ਜਾਏਗਾ, ਅਬਰੀਵੇਟਡ ਫਾਰਮ ਦੇ ਵਿੱਚ ਲਿਖਿਆ ਜਾਏਗਾ। ਇਟ ਇਜ਼ ਇੰਡੀਕੇਟਡ ਦੈਟ ਸਪੀਸ਼ੀਜ਼ ਵਾਜ਼ ਫਸਟ ਡਿਸਕ੍ਰਾਈਬਡ ਬਾਈ ਲੀਨੀਅਸ, ਜੋ ਆਪਾਂ 4 ਅੱਖਰ ਲਿਖਿਆ ਨਾ LINN, ਦਿਸ ਡਿਸਕ੍ਰਾਈਬਸ ਕਿ ਇਹ ਸਪੀਸ਼ੀਜ਼ ਸਭ ਤੋਂ ਪਹਿਲਾਂ ਲੀਨੀਅਸ ਨੇ ਡਿਸਕ੍ਰਾਈਬ ਕੀਤੀ ਸੀਗੀ। ਠੀਕ ਹੈ, ਨੈਕਸਟ ਇਜ਼ ਵੈਨ ਦ ਨੇਮ ਆਫ ਸਪੀਸ਼ੀਜ਼ ਇਜ਼ ਚੇਂਜਡ ਔਰ ਰਿਵਾਈਜ਼, ਕਿਸੇ ਸਪੀਸ਼ੀਜ਼ ਦਾ ਅਗਰ ਆਪਾਂ ਨਾਮ ਚੇਂਜ ਕਰਦੇ ਹਾਂ, ਸੋ ਦ ਨੇਮ ਆਫ ਦ ਓਰੀਜਨਲ ਡਿਸਕਵਰਰ ਇਜ਼ ਰਿਟੇਨਡ ਇਨ ਦ ਬ੍ਰੈਕਟਸ। ਨਾਮ ਜਿਹਨੇ ਬਦਲਿਆ ਤਾਂ ਠੀਕ ਹੈ, ਨੇਮ ਆਫ ਦ ਨਿਊ ਡਿਸਕਵਰਰ ਆਪਾਂ ਉਹਨੇ ਲਿਖਤਾ, ਲੇਕਿਨ ਸਭ ਤੋਂ ਪਹਿਲਾਂ ਆਪਾਂ ਓਲਡ ਡਿਸਕਵਰਰ ਦਾ ਨਾਮ ਬ੍ਰੈਕਟ 'ਚ ਲਿਖਾਂਗੇ ਟੂ ਰਿਸਪੈਕਟ ਹਿਮ। ਠੀਕ ਹੈ, ਨਾਓ ਇੱਥੇ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੂੰਗੀ, ਇੱਕ ਫਨ ਫੈਕਟ ਹੈ, ਲਾਈਕ ਵੈਸੇ ਪੁੱਛਣਗੇ ਨਹੀਂ, ਕੈਰੋਲਸ ਲੀਨੀਅਸ ਦਾ ਓਰੀਜਨਲ ਨਾਮ ਕੈਰੋਲਸ ਲੀਨੀਅਸ ਨਹੀਂ ਸੀਗਾ। ਜਦੋਂ ਇਹਨਾਂ ਨੇ ਬਾਇਨੋਮੀਅਲ ਨੋਮਨਕਲੇਚਰ ਦਿੱਤਾ, ਇਹਨਾਂ ਨੇ ਕਿਹਾ ਕਿ ਜਦੋਂ ਮੈਂ ਸਾਰੇ ਸਪੀਸ਼ੀਜ਼ ਦਾ ਨੇਮ 2 ਵਰਡ ਵਾਲੇ ਸਿਸਟਮ ਨਾਲ ਦੇ ਰਿਹਾ, ਬਾਇਨੋਮੀਅਲ ਨੋਮਨਕਲੇਚਰ 'ਚ ਦੇ ਰਿਹਾ, ਇਹਨਾਂ ਦਾ ਖੁਦ ਦਾ ਨੇਮ 3 ਵਰਡਸ ਦਾ ਸੀ, ਇਹਨਾਂ ਨੇ ਉਸਨੂੰ
ਚੇਂਜ ਕਰਕੇ 2 ਵਰਡਸ ਦੇ ਵਿੱਚ ਕਰ ਲਿਆ which became Carolus Linnaeus। ਐਕਚੁਅਲ 'ਚ ਦਾ ਨਾਮ ਸੀਗਾ ਕਾਰਲ ਵੌਨ ਲਿਨ। ਸਰਚ ਕਰਨਾ ਪਤਾ ਲੱਗੇਗਾ। ਅੱਗੇ ਚੱਲਦੇ ਹਾਂ ਐਡਵਾਂਟੇजेस ਆਫ ਬਾਈਨੋਮੀਅਲ ਨੋਮਨਕਲੇਚਰ। ਐਡਵਾਂਟੇजेस ਕੀ ਹੈ ਭਾਈ, ਯੂਨੀਵਰਸਲੀ ਔਰ ਰਿਕੋਗਨਾਈਜ਼ਡ ਹੋ ਗਏ, ਹਰ ਲੈਂਗੁਏਜ ਦੇ ਵਿੱਚ ਸੇਮ ਰਹਿਣਗੇ। ऑल ऑर्गेनिजम्स जिन्हें भी साइंस ने हज तक आइडेंटिफाई किए हैं, वैदर उधर साइज छोटा है बड़ा इंपॉर्टेंस है नहीं है, सबनों साइंटिफिक नेम दिते जा चुके हैं। देर इज़ मैकेनिज्म टू प्रोवाइड साइंटिफिक नेम टू एवरी न्यूली डिस्कवर्ड ऑर्गेनिज्म। हुण मेरे को एक मैकेनिज्म बन गया कि जिमें कोई नवी स्पीशीज़ डिस्क्राइब होकर आएगी, डिस्कवर होकर आएगी, आप उन्होंने साइंटिफिक नेम दे सकते हैं, क्योंकि साइंटिफिक नेम ओफन कुछ ऑर्गेनिज्म के कैरेक्टरिस्टिक्स के उपर ही दिता जाता है। ਇੱਦਾਂ ਰੈਂਡਮ ਨਹੀਂ ਦੇ ਦਿੰਦੇ ਕਿ ਹਾਂ ਇੱਕ ਬਕਟ 'ਚ ਹੱਥ ਪਾਇਆ ਆ ਵਰਡ ਬਾਹਰ ਆ ਗਿਆ ਨੇਮ ਦਿੱਤਾ। ਡਿਪੈਂਡਿੰਗ ਔਨ ਦ ਔਰਗੈਨਿਜ਼ਮ ਉਹਦੇ ਕੀ ਕੈਰੈਕਟਰਸ ਆ ਉਹ ਤੋਂ ਹੀ ਕੁਛ ਦੇਖ ਕੇ ਮਿਲਦਾ ਜੁਲਦਾ ਨਾਮ ਦੇ ਦਿੱਤਾ ਜਾਂਦਾ ਹੈ। ਦੇ ਇੰਡੀਕੇਟ ਰਿਲੇਸ਼ਨਸ਼ਿਪ ਵਿਦ ਦ ਅਦਰ ਸਪੀਸ਼ੀਜ਼ ਪ੍ਰੈਜ਼ੈਂਟ ਇਨ ਦ ਸੇਮ ਜੀਨਸ। ਬੇਸਿਕਲੀ ਨੋਮਨਕਲੇਚਰ ਕਿਉਂ ਕੀਤਾ ਸੀਗਾ, ਐਡਵਾਂਟੇਜ ਇਹਦੀ ਇਹੀ ਸੀ ਕਿ ਆਪਾਂ ਸੇਮ ਜੀਨਸ ਦੇ ਅੰਦਰ, ਜੀਨਸ ਵਗੈਰਾ ਨਹੀਂ ਪਤਾ ਕੋਈ ਦਿੱਕਤ ਨਹੀਂ, ਆਪਾਂ ਡਿਸਕਸ ਕਰਨਾ ਹੈ। ਸੇਮ ਜੀਨਸ ਦੇ ਅੰਦਰ ਬਹੁਤ ਸਾਰੇ ਸਪੀਸ਼ੀਜ਼ ਹੁੰਦੀਆਂ ਨੇ। ਮੈਨੂੰ ਐਗਜ਼ਾਮਪਲ ਜਿਵੇਂ ਆਪਣੇ ਕੋਲ ਆਏਗਾ ਅੱਗੇ ਆਪਾਂ ਪੜਾਂਗੇ। ਬਸ ਬੇਸਿਕਲੀ ਮੰਨ ਲਓ ਇੱਕ ਜੀਨਸ ਦੇ ਅੰਦਰ ਕਾਫੀ ਸਪੀਸ਼ੀਜ਼ ਹੁੰਦੀ ਹੈ ਜੋ ਇੱਕ ਦੂਜੇ ਨਾਲ ਮੇਲ ਖਾਂਦੀਆਂ ਨੇ, ਤਾਂ ਉਹਨਾਂ ਦਾ ਆਪਸ 'ਚ ਰਿਲੇਸ਼ਨਸ਼ਿਪ ਪਤਾ ਕਰਨ ਲਈ ਵੀ ਆਪਾਂ ਨਾਮ ਯੂਜ਼ ਕਰ ਸਕਦੇ ਹਾਂ। ਦੂਸਰੀ ਗੱਲ ਅਸੀਂ ਡੈਡ ਲੈਟਿਨ ਲੈਂਗੁਏਜ 'ਚੋਂ ਆਪਾਂ ਨਾਮ ਲਿੱਤੇ ਹਾਂ, ਤਾਂ ਇਹਦਾ ਫਾਇਦਾ ਇਹ ਹੈ ਕਿ ਫਿਊਚਰ ਦੇ ਵਿੱਚ ਕੋਈ ਚੇਂਜ ਨਹੀਂ ਹੋਏਗਾ ਸਪੈਲਿੰਗਸ ਦੇ ਵਿੱਚ ਐਸ ਸੱਚ। ਔਰ ਇਹ ਵੀ ਹੈ ਐਂਡ ਇਨਅਪਰੋਪਰੀਏਟ ਜਾਂ ਇਨਕਰੈਕਟ ਨਾਮ ਨੂੰ ਆਪਾਂ ਈਜ਼ੀਲੀ ਕਰੈਕਟ ਕਰ ਸਕਦੇ ਹਾਂ ਬਾਈਨੋਮੀਅਲ ਨੋਮਨਕਲੇਚਰ ਦੇ ਨਾਲ। ਹੁਣ ਤੁਹਾਨੇ ਕੀ ਪੜ੍ਹ ਲਿਆ ਕਿ ਮੈਮ ਸਾਨੂੰ ਕੋਈ ਨਵੀਂ ਸਪੀਸ਼ੀਜ਼ ਮਿਲੀ, ਅਸੀਂ ਉਹਨੂੰ ਆਈਡੈਂਟੀਫਾਈ ਕਰ ਲਿਆ, ਅਸੀਂ ਉਸਨੂੰ ਨਾਮ ਵੀ ਦੇਤਾ, ਨੋਮਨਕਲੇਚਰ ਵੀ ਕਰ ਲਿਆ। ਨੈਕਸਟ ਸਟੈਪ ਇਜ਼ ਕਲਾਸੀਫਿਕੇਸ਼ਨ। ਕਲਾਸੀਫਿਕੇਸ਼ਨ ਹੁੰਦੀ ਹੈ, ਤੁਹਾਨੂੰ ਪਤਾ ਹੋਏ ਤਾਂ ਕਿੰਗਡਮ ਹੁੰਦਾ ਹੈ। ਕਿੰਗਡਮ ਜਿਵੇਂ ਆਪਣੇ ਕੋਲ ਕੋਈ ਵੀ ਲਾ ਲਓ, ਐਨੀਮਲ ਕਿੰਗਡਮ ਹੈ, ਇਟ ਇਜ਼ ਕਲਾਸੀਫਾਈਡ ਇਨਟੂ 10 ਕੈਟੇਗਰੀਜ਼। ਕਿਹੜੀ ਪੜਾਂਗੇ ਆਪਾਂ, ਪੋਰੀਫੇਰਾ ਹੋ ਗਿਆ, ਸੀਲਨਟ੍ਰੇਟਾ ਹੋ ਗਿਆ, ਨਾਈਡੇਰੀਆ ਹੋ ਗਿਆ, ਔਰ ਆਪਣੇ ਕੋਲ ਪਲੈਟੀਹੈਲਮਿੰਥਸ, ਐਸ਼ਕੀਹੈਲਮਿੰਥਸ, एनलेडा, एर्थ्रोपोडा, कॉर्डेटा, हेमिकॉर्डेटा, इकाइनोडर्मेटा, सब पढ़ांगे। ਹੁਣ ਇਹ ਕੀ ਚੀਜ਼ ਕੀਤੀ ਹੈ ਮੈਨੇ, ਐਨੀਮਲਸ ਨੂੰ ਕਲਾਸੀਫਾਈ ਕੀਤਾ ਹੈ। ਹੁਣ ਆਪਾਂ ਜਦੋਂ ਕੋਈ ਵੀ ਨਵੀਂ ਸਪੀਸ਼ੀਜ਼ ਕੱਢ ਲਈ, ਉਹਦਾ ਨਾਮ ਦੇ ਲਿਆ, ਆਇਡੈਂਟੀਫਾਈ ਕਰ ਲਿਆ, ਉਹਨਾਂ ਨੂੰ ਕਲਾਸੀਫਾਈ ਕਰਕੇ ਇੱਕ ਕੈਟੇਗਰੀ 'ਚ ਰੱਖਣਾ ਪਏਗਾ ਕਿ ਹਾਂ ਬਈ ਇਹ ਇਸ ਕੈਟੇਗਰੀ ਦੇ ਬੰਦਿਆਂ ਨਾਲ ਮੇਲ ਖਾਂਦੀ ਹੈ, ਆਪਾਂ ਇਹਨੂੰ ਇਸ ਕੈਟੇਗਰੀ 'ਚ ਰੱਖ ਸਕਦੇ ਹਾਂ। ਦੈਟ ਇਜ਼ ਕਲਾਸੀਫਿਕੇਸ਼ਨ। ਸੋ the process is classification. The classification is the process by which anything is grouped into convenient categories। कुछ easily observable characters ਦੇ basis ਤੇ ਆਪਾਂ ਨੂੰ category 'ਚ divide ਕਰ ਦਿੰਦੇ ਹਾਂ। ਠੀਕ ਹੈ, ਇੰਨਾ ਦੇਖਣ ਦੀ ਲੋੜ ਨਹੀਂ ਹੈ। ਹੁਣ ਆਪਾਂ ਮੇਨ ਡਿਸਕਸ ਕਰਨਾ ਹੈ ਟੈਕਸਾ। what is taxa? see, अगर मैं वर्ड यूज़ करा मैमल्स, मैमल्स ਹੁੰਦੇ ਹੀ ਆਪਣੇ ਦਿਮਾਗ 'ਚ ਇਮੇਜ ਆਏਗੀ ਐਸਾ ਐਨੀਮਲ ਜਿਹਦੇ ਕੋਲ एक्सटर्नल ईयर है, बॉडी हेयर है। अगर मैं कमा वीट, अपने मन च एक इमेज आएगी वीट प्लांट दी, कोई चावल दी नहीं आएगी या किसी और प्लांट दी नहीं आएगी। सेम मैं कमा डॉग, कैट, मैमल, वीट, राइस, प्लांट, एनिमल, ये सब कैटेगरीज है ना। डॉग के अंदर वो एनिमल आएंगे जिहदे 4 पैर एंड ऑल दैट स्टफ, जो भी डॉग्स लिए कैटेगराइजेशन च बनाया गया है। वीट सुनते थोड़े दिमाग च वही पौधा आएगा जो वीट का है। प्लांट सुनते एक प्लांट आएगा, थोड़ी ब्रेन दे विच एक इमेज बनेगी। सो इस जिन्नी भी चीज़ां ने, वैदर इट इज़ डॉग, वैदर इट इज़ कैट, वैदर इट इज़ मैमल, इस सब का एक वर्ड है टैक्सा। साइंस की लैंग्वेज साइंटिफिक टर्म च इहनूं टैक्सा कहा जाता है। हुण एक चीज़ देखो, प्लांट भी एक टैक्सा है तो वीट भी एक टैक्सा है, जबकि वीट इज़ मोर स्पेसिफिक। प्लांट कोई भी हो सकता, वीट स्पेसिफिक है, बट स्टिल दोनों ही टैक्सा ने। प्लांट भी टैक्सा है, वीट भी टैक्सा है। एनिमल, मैमल या स्पेसिफिकली डॉग भी टैक्सा है। एवरीथिंग इज टैक्सा, बट वी नो दैट डॉग इज मैमल एंड मैमल्स आर एनिमल्स। यानी कि देखा जाए एनिमल्स के अंदर मैमल्स आते हैं, मैमल्स के अंदर डॉग्स आते हैं, बट स्टिल दे आर टैक्सा एट डिफरेंट लैवल्स। पढ़ांगे लैवल्स हुण आपां इसी लेक्चर दे विच, ध्यान नाल सुनते चलो। बेसिकली दे रिप्रजेंट टैक्सा एट डिफरेंट लैवल्स। सब तो उपर अगर आप कही एनीमल्स तो बई कई चीज़ां आंदियां ने, उस चों भी मैं मैमल्स चूज़ कर ले, मैमल्स च भी कई चीज़ां आंदियां, उस चों मैं डॉग्स चूज़ कर ले। हर चीज़ ये भी टैक्स है, ये हायर लैवल का टैक्स है, ये टॉप मोस्ट हायर लैवल का टैक्स है। यानी कि टैक्सा में हर एक चीज़ में कह सकती हाँ, इट डिपेंड्स ऑन लैवल। आगे डिस्कस करने आप वट इज़ टैक्सोनोमी। टैक्सोनोमी इज़ एक्चुअली, देखो जिन्ने भी आप करैक्टरिस्टिक्स पढ़े, ऑल लिविंग ऑर्गेनिजम्स कैन बी क्लासीफाइड इनटू डिफरेंट टैक्सा। हुण तक आप पढ़े टैक्सा बहुत सारे हो सकते हैं, एनिमल हो सकता है, प्लांट हो सकता है, ਉਹਦੇ अंदर कैटेगरीज हो सकती हैं, एंजियोस्पर्म, जिम्नोस्पर्म, ठीक है, ये सब हो सकते हैं। ਹੁਣ ਪ੍ਰੋਸੈਸ ਆਫ ਕਲਾਸੀਫਿਕੇਸ਼ਨ ਇਜ਼
ਟੈਕਸੋਨੋਮੀ ਜੋ ਮੈਂ ਤੁਹਾਨੂੰ ਕਿਹਾ ਨਾ ਕਿ ਆਪਾਂ ਕਲਾਸੀਫਾਈ ਕਰਨਾ ਹੈ। ਤੁਸੀਂ ਕਹੋਗੇ ਮੈਮ ਕਲਾਸੀਫਾਈ ਕਰਨਾ ਕਿਵੇਂ ਕਰੀਏ, ਕੈਟਾਗਰੀਜ਼ ਤਾਂ ਦੱਸੋ। ਉਹ ਕੈਟਾਗਰੀਜ਼ ਕਿਹਨੇ ਬਣਾਈਆਂ, ਟੈਕਸੋਨੋਮੀ ਨੇ ਬਣਾਈਆਂ। ਇਟ ਇਜ਼ ਅ ਬ੍ਰਾਂਚ ਆਫ ਸਟੱਡੀ ਦੈਟ ਡੀਲਸ ਵਿਦ ਦ ਪ੍ਰਿੰਸੀਪਲ ਐਂਡ ਪ੍ਰੋਸੀਜਰ ਆਫ ਕਿਹੜੇ ਆਇਡੈਂਟੀਫਿਕੇਸ਼ਨ, ਨੋਮਨਕਲੇਚਰ ਤੇ ਕਲਾਸੀਫਿਕੇਸ਼ਨ। ਇਹ ਤਿੰਨਾਂ ਦੇ ਪ੍ਰਿੰਸੀਪਲ ਔਰ ਪ੍ਰੋਸੀਜਰਸ ਦੀ ਸਟੱਡੀ ਨੂੰ ਟੈਕਸੋਨੋਮੀ 'ਚ ਕਰਾਇਆ ਜਾਂਦਾ ਹੈ ਕਿ ਕਿਵੇਂ ਆਪਾਂ ਨਵੀਂ ਸਪੀਸ਼ੀਜ਼ ਨੂੰ ਆਇਡੈਂਟੀਫਾਈ ਕਰਨਾ ਹੈ, ਉਹਦਾ ਨਾਮਕਰਨ ਕਰਨਾ ਤੇ ਕਿਵੇਂ ਉਹਨੂੰ ਕਲਾਸੀਫਾਈ ਕਰਨਾ ਹੈ। ਕੈਰੋਲਸ ਲੀਨੀਅਸ ਇਜ਼ ਦ ਫਾਦਰ ਆਫ ਟੈਕਸੋਨੋਮੀ। नेक्स्ट कम्स सिस्टमैटिक्स। सिंपल वर्ड ਦੇ ਵਿੱਚ ਅਗਰ ਮੈंने कहना ਹੋਵੇ वर्ड है सिस्टमैटिक्स। सिस्टमैटिक्स इक्वल्स टू टेक्सोनॉमी प्लस फाइलोजेनेटिक रिलेशनशिप्स। व्हाट इज फाइलोजेनेटिक रिलेशनशिप्स, यानी कि एवोल्यूशनरी रिलेशनशिप्स। मैं ये भी पढ़ रही हाँ कि कौन स्पीशीज किस तो मतलब कौन किस दा एंसेस्टर है, कौन किस दे पूर्वज है, कौन किस तो एवोल्यूशन ਦੇ ਵਿੱਚ ਅੱਗੇ ਬਣ ਕੇ ਆਇਆ ਹੈ। ਉਹ ਚੀਜ਼ ਵੀ ਅਗਰ ਮੈਂ ਇੰਕਲੂਡ ਕਰ ਰਹੀ ਹਾਂ ਕੈਟਾਗਰੀ ਦੇ ਵਿੱਚ ਯੂਜ਼ ਕਰ ਰਹੀ ਹਾਂ ਕਿ ਅਗਰ ਮੈਂ ਉੱਪਰ ਬੜੀ ਕੈਟਾਗਰੀ ਦੇ ਰਹੀ ਹਾਂ, ਉਹਦੇ ਅੰਦਰ ਜੋ ਛੋਟੀ ਕੈਟਾਗਰੀ ਹੈ ਉਹਦੇ ਅੰਦਰ ਵੀ ਇੱਕ ਕੈਟਾਗਰੀ ਹੈ, ਸਭ ਇੱਕ ਦੂਜੇ ਦੇ ਬੜੇ ਪੂਰਵਜ ਹੈ। ਅਗਰ ਮੈਂ ਇੰਨਾ ਧਿਆਨ ਰੱਖ ਰਹੀ ਹਾਂ, ਦੈਟ ਇਜ਼ systematics. So word systematic is derived from the Latin word systema, which means systematic arrangement of organisms. It is study of organisms and all their comparative and evolutionary relationship derived from comparative anatomy, comparative ecology, comparative physiology, comparative biochemistry. In a nutshell, ਕੀ ਸਮਝ ਆਇਆ? ਟੈਕਸੋਨੋਮੀ ਦੇ ਵਿੱਚ ਆਪਾਂ ਕਲਾਸੀਫਾਈ ਕਰ ਰਹੇ ਸੀ ਨਾ ਆਰਗੈਨਿਜ਼ਮਸ ਨੂੰ ਕਿ ਆ ਬੰਦਾ ਐਨੀਮਲ 'ਚ ਜਾਣਾ ਚਾਹੀਦਾ ਹੈ। ਐਨੀਮਲ ਦੇ ਵਿੱਚ ਵੀ ਬਿਲਕੁਲ ਸਿੰਪਲ ਸੈੱਲ ਹੀ ਸੈੱਲ ਨੇ, ਕੋਈ ਟਿਸ਼ੂ ਵੀ ਨਹੀਂ ਹੈ, ਪੋਲੀਫੇਰਸ ਜਾਣਾ ਚਾਹੀਦਾ ਹੈ। ਇੱਦਾਂ ਕੈਟਾਗਰੀਜ਼ ਬਣਾਈਆਂ, ਇਹ ਸੀ ਟੈਕਸੋਨੋਮੀ। ਲੇਕਿਨ ਅਗਰ ਮੈਂ ਇਹਨੂੰ ਐਵੋਲਿਊਸ਼ਨ ਦੇ ਬੇਸਿਸ 'ਤੇ ਅਰੇਂਜ ਕਰਦਾ, ਸਭ ਤੋਂ ਪਹਿਲਾਂ ਛੋਟੇ, ਸਭ ਤੋਂ ਪੁਰਾਣੇ, ਸਭ ਤੋਂ ਅਨਡਿਵਲਪਡ, ਫਿਰ ਉਸ ਤੋਂ ਅੱਗੇ 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 ਕਰਦੇ ਹਾਇਰ ਡਿਵਲਪਡ, ਇੱਕ ਸਿਸਟਮ ਬਣਾ ਦਾ ਐਵੋਲਿਊਸ਼ਨ ਦੇ ਬੇਸਿਸ 'ਤੇ। ਮੈਂ ਉਹਨਾਂ ਨੂੰ ਸੀਰੀਜ਼ ਵਾਈਜ਼ ਲਗਾ ਦਾਂ, ਉਹ ਦੋਨੋਂ ਚੀਜ਼ਾਂ ਮਿਲਾ ਕੇ ਸਿਸਟਮੈਟਿਕਸ ਬਣ ਗਿਆ ਟੈਕਸੋਨੋਮੀ। ਯਾਨੀ ਮੈਂ ਕਲਾਸੀਫਿਕੇਸ਼ਨ ਵੀ ਕਰ ਰਹੀ ਹਾਂ ਔਰ ਐਵੋਲਿਊਸ਼ਨ ਨੂੰ ਵੀ ਕੰਸੀਡਰ ਕਰ ਰਹੀ ਹੈ, ਕੌਣ ਕਿਸ ਦਾ ਪੂਰਵਜ ਹੈ, ਉਸਦੇ ਸੀਰੀਜ਼ ਵਾਈਜ਼ ਲਗਾ ਰਹੀ ਹੈ। ਦੈਟ ਇਜ਼ ਸਿਸਟਮੈਟਿਕਸ। ਠੀਕ ਹੈ, ਸੋ ਆਹੀ ਚੀਜ਼ ਹੈ। ਲੇਟਰ ਸਿਸਟਮੈਟਿਕ ਦੇ ਵਿੱਚ ਆइडेंटिफिकेशन, नोमेनक्लेचर, क्लासिफिकेशन तीनों आ गए। पहला सिस्टमैटिक वाज जस्ट एवोल्यूशनरी रिलेशनशिप ओनली। ठीक है, बाकी लीनियस इज कंसीडर्ड एज फादर ऑफ सिस्टमैटिक्स। बुक यदि सिस्टमा नैचुरली जी है कैरोलस लीनियस ने लिखी, आप डिस्कस कर चुके हैं। ठीक है, लेट मी चेंज द PDF, फिर आप आगे डिस्कस करते हैं। ओके, सो देखो ਹੁਣ ਆਪਾਂ ਆ ਚੁੱਕੇ ਹਾਂ ਟੈਕਸੋਨੋਮਿਕ ਕੈਟਾਗਰੀਜ਼ ਤੇ। ਮੈंने ਕਿਹਾ ਸੀ ਟੈਕਸੋਨੋਮੀ ਨੇ ਕੁਝ ਕੈਟਾਗਰੀਜ਼ ਦਿੱਤੀਆਂ ਨੇ, ਉਹ ਕੈਟਾਗਰੀਜ਼ ਕੀ ਹੈ ਡਿਸਕਸ ਕਰਨਾ। ਇਹਦੀ ਟ੍ਰਿਕ ਹੁੰਦੀ ਹੈ ਕੀਪ ਪॉट्स क्लीन और फैमिली गेट्स सिक। के तो इट इज़ किंगडम, पी तो इट इज़ फाइलम, या एक होर इधर नाम दा डिवीजन डिस्कस करना है, कितने फाइलम यूज़ करना है, कितने डिवीजन। दैन इट कम्स क्लास, दैन ऑर्डर, दैन फैमिली। ये सीरीज वाइज याद होना बहुत 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 ज़रूरी है। जीनस एंड देन वी हैव स्पीशीज़। असेंडिंग ऑर्डर दे विच लिखोगे दिस इज़ द लोअर, दिस इज़ द हायर। ठीक है, सो अ कैटेगरी इज़ द रैंक और लेवल इन द हायरार्किकल क्लासिफिकेशन ऑफ ऑर्गेनिज्म। जो हायरार्किकल आप गल कर रहे हो, दिस इज़ दिस जी आप 7 ऑब्लीगेट कैटेगरीज कर रहे हैं, वो 7 ऑब्लीगेट कैटेगरीज यही आ। देखो 1 2 3 4 5 6 7। सो हायरार्की की गल करिए, हायरार्की ऑफ कैटेगरीज लीनियस ने ही जी सी 5 सॉरी जस्ट अ सेकेंड, हाँ लीनियस ने जोड़ा सी उसी ने इंट्रोड्यूस किया सी कि हाँ आप इधर लीनियन हायरार्की बनावांगे टैक्सोनॉमिक हायरार्की लिए। बेसिकली आप असेंडिंग ऑर्डर दे विच बनावांगे कि सब तो बड़े पूर्वज, फिर अगे उस तो एंसेस्टर, उस तो मतलब बने हुए डेवलप्ड ऑर्गेनिज्म, फिर उस तो अगे डेवलप्ड ऑर्गेनिज्म, इदा 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 आप बनावांगे। लीनियस ने 5 कैटेगरीज दी सी सिर्फ, क्लास, ऑर्डर, जीनस, स्पीशीज़ एंड वैरायटी। लेटर जोड़े वर्कर्स आए उन्होंने वैरायटी की कैटेगरी को हटाता, 2 और जोड़तियाँ विच इज़ किंगडम एंड फाइलम। हुण इत्थे ध्यान रखना है, फाइलम इज़ यूज्ड इन द केस ऑफ एनिमल्स एंड डिवीजन इज़ यूज्ड इन द केस ऑफ प्लांट्स, और एक फैमिली भी ऐड की सी। सो बेसिकली तुहानूं आ याद रखना है, ये देख लो फाइलम एनिमल लिए यूज होंदा है, डिवीजन प्लांट्स लिए यूज होंदा है। नैक्सट इज 7 हो गए हुण, किंगडम, फाइलम, डिवीजन दोनों सेम ही है, क्लास, ऑर्डर, फैमिली, जीनस, स्पीशीज़। ठीक है, बट एक क्या जाता है कि थोड़ा होर प्रिसाइज करने के लिए कुछ होर इंटरमीडिएट कैटेगरीज बना ली गई, जो कि आप डिस्कस भी करनी है 4th चैप्टर के विच। सब किंगडम बना लिया गया, सुपर फाइलम बना लिया गया, सब फाइलम, सुपर क्लास, सब सुपर ऑर्डर, सुपर फैमिली, सब फैमिली, बेसिकली बहुत कुछ ऐड किया गया। लेकिन
ਇੱਥੇ ਇੱਕ ਵਰਡ ਪੜ੍ਹਿਆ ਤੁਸੀਂ, ਉਰੇ ਲਿਖਿਆ ਹੋਇਆ ਓਬਲੀਗੇਟ। 7 ਓਬਲੀਗੇਟ ਤਾਂ ਜ਼ਰੂਰੀ ਹੈ, ਇਹ ਹੋਣ ਨਾ ਹੋਣ ਚਲੇਗਾ, ਲੇਕਿਨ 7 ਜਿਹੜੀਆਂ ਓਬਲੀਗੇਟ ਹੈ ਉਹ ਜ਼ਰੂਰੀ ਨੇ, ਉਹਨਾਂ ਦੇ ਵਿੱਚ ਹਰ ਆਰਗੈਨਿਜ਼ਮ ਨੂੰ ਕਲਾਸੀਫਾਈ ਕਰਨਾ ਜ਼ਰੂਰੀ ਹੈ। ਸਟਾਰਟਿੰਗ ਫਰੋਮ ਦ ਵੈਰੀ ਬੇਸਿਕ ਲੈਵਲ, ਲੋਅਰ ਜਾਂ ਬੇਸਿਕ ਲੈਵਲ, ਦੈਟ ਇਜ਼ ਸਪੀਸ਼ੀਜ਼। अर्नस्ट मेयर ने स्पीशीज़ की डेफिनेशन दी सी। ही सैड कि स्पीशीज़ वो ग्रुप है इंडिविजुअल्स का जिन्हों की मॉर्फोलॉजिकल कैरेक्टर सेम है। मेरे भी एक सिर है, 2 हाथ है, 2 पैर है, ऑल दैट स्टफ जो ह्यूमनस को है मेरे को भी वही है। बहुत सारे ह्यूमनस, बहुत सारे नहीं, एक्चुअली ऑल ह्यूमनस आर कंसीडर्ड एज सिंगल स्पीशीज़, राइट। सो दे हैव अ डिस्टिंक्ट जेनेटिक सेटअप, थोड़े बहुत चेंजेस हैं जीन्स दे विच। मोस्ट इंपॉर्टेंट पॉइंट ऑफ स्पीशीज़ इज कि वो एक दूजे नाल ब्रीड कर सकते हैं टू प्रोड्यूस फर्टाइल ऑफस्प्रिंग्स, क्योंकि हम ब्रीड तो आप उस भी करा दें अपने कोल गधे और ओहदे होर्स दे विच खच्चर बनाने दे लई, बट वो स्पीशीज़ नहीं है। क्यों? क्योंकि इनफर्टाइल होंदा है, खच्चर अगे बच्चे पैदा नहीं कर सकता, दैट इज़ इनफर्टाइल। दैट्स वाई स्पीशीज़ उन्हें कंसीडर करते हैं 2 इंडिविजुअल्स फ्रॉम द सेम स्पीशीज़ दैट कैन ब्रीड, उन्होंने जो बच्चे हो रहे हैं दे आर फर्टाइल, वो भी अगे कैपेबिलिटी रखते हैं ऑफस्प्रिंग प्रोड्यूस करने की, दैट इज टर्म्ड एज स्पीशीज़। स्पीशीज़ की एग्जाम्पल देखो, पैंथरा लियो, पैंथरा टिग्रिस। इतने लियो और टिग्रिस दोनों स्पीशीज़ हैं और इन्हों का कॉमन जीनस है पैंथरा, यानी पैंथरा जो है वो पूरा का पूरा एक जीनस है, वो अंदर स्पीशीज़ आती है, जिमें आप 2 डिस्कस की है, पैंथरा लियो, पैंथरा टिग्रिस। एंड उस तो बाद सोलिनम जीनस के अंदर आती हैं सोलिनम नाइग्रम, सोलिनम ट्यूबरोसम। उस तो बाद एक होर होंदी है मेलंजना, ये सारे सोलिनम के अंदर आती है। हुण ये जिहड़ी स्पीशीज़ टर्म है, टर्म स्पीशीज़ किहने दी सी? जॉन रे ने इहदी डेफिनेशन दी सी अर्नस्ट मेयर ने, जो करैक्ट आप मानते हैं हुण तक सही डेफिनेशन। नैक्सट इज जीनस। जीनस दे विच आपां बहुत सारी स्पीशीज़ नूं एक ग्रुप करके रखा होया है। आ जीनस है, जीनस के अंदर काफ़ी सारी स्पीशीज़ नूं आपां ग्रुप करके रखते हैं। सो इट इज़ अ ग्रुप ऑफ रिलेटेड स्पीशीज़ विच हैज़ मोर कैरेक्टर इन कॉमन, जिहदे आपस दे विच कैरेक्टर्स कॉमन है। हुण मैं पैंथरा लियो नूं पैंथरा टिग्रिस नाल, लेपर्ड ते टाइगर नूं एक जीनस दे विच रख सकदी हां, लेकिन मैं पैंथरा लियो ते पैंथरा टिग्रिस नूं कैट या डॉग दे नाल सेम जीनस च नहीं रख सकदी, बिकॉज दे डू नॉट शेयर मोर कॉमन कैरेक्टर्स इन कंपैरिजन टू दूसरी स्पीशीज़ या दूसरे जनरा। अगर मैं गल करां टोमेटो दी, टोमेटो का पूरा नाम क्या है? सोलिनम लाइकोपर्सिकम। एंड पोटैटो का सोलिनम ट्यूबरोसम, ब्रिंजल का सोलिनम मेलंजना। ये 3 स्पीशीज़ हैं, तीनों सोलिनम जीनस के अंदर आ रही हैं। सेम फॉर लायन, जो है पैंथरा लियो, लेपर्ड पैंथरा पार्डस एंड टाइगर पैंथरा टिग्रिस। ये सारी स्पीशीज़ जिहड़ी ने ये जीनस पैंथरा के अंडर आती हैं। हुण देखो हुंदा की है, जीनस मेरे को कई सारे हो सकते हैं। मेरे को एक जीनस है पैंथरा, एक जीनस है फेलिस। फेलिस आंदा है कैट, फेलिस के अंदर आती है स्पीशीज़ कैट। पैंथरा के अंदर आप डिस्कस कर चुके हैं, अपने को टाइगर हो गया, लेपर्ड हो गया, ठीक है, लेपर्ड हो गया, तो एक होर हुंदा अपने को लायन हो गया। ये सारे इदां आते हैं। हुण अगली कैटेगरी है फैमिली, जो इन्हां दोनों नूं भी एक च कन्वर्ट, एक च जोड़ेगी। क्यों? क्योंकि ये भी आपस एक तरीके नाल रिलेटेड है। सुनिया होएगा बिल्ली टाइगर की मौसी, ऐसा कुछ हुंदा है। सो बेसिकली आपां बस इदां ही करते जाना है, जो मैनू कॉमन दिखते जाएंगे मैं उन्होंने ग्रुप करती जाऊँगी। पहले मैनू टाइगर ते लेपर्ड ते लायन च कॉमननेस दिखी, मैं उन्होंने पैंथरा च पाता। हुण पैंथरा च पाता तो फेलिस दे विच कैट और होर स्पीशीज़ आ गई। हुण मैनू पैंथरा और फेलिस च भी सिमिलैरिटीज़ दिखी, मैं इन्होंने कंबाइन करके अगे किस च पाता? मैंने अगे इसनूं पाता फैमिली। इहदे विच अपनी कैनेडी हुंदी है, फेलिडी हुंदी है, फेलिडी हुंदी है, कैनेडी डॉग्स दी हुंदी है, ठीक है। सो अगे मैंने फैमिली बनाती फेलिडी। हुण फेलिडी परिवार के अंदर, फैमिली के अंदर कौन कौन आता है? पैंथरा जीनस आता है, फेलिस आता है। सो व्हाट इज फैमिली? फैमिली, जस्ट गिव मी अ सेकेंड। हाँ, सो फैमिली हैज़ अ ग्रुप ऑफ रिलेटेड जनरा विद स्टिल लैस नंबर ऑफ सिमिलैरिटीज़। हुण जिवें जिवें आप जोड़ते जा रहे हैं, सिमिलैरिटीज़ घट रही ने। हुण कैट ते टाइगर दे विच एज सच इन्नी ज़्यादा सिमिलैरिटीज़ भी नहीं हैगियां, लेकिन सिमिलैरिटीज़ हैगियां। रैदर दैन जीनस और स्पीशीज़ दे विच तां किन्नी सिमिलैरिटी, एक टाइगर की दूजे टाइगर नाल किन्नी ज़्यादा सिमिलैरिटी सी, एक टाइगर की एक लेपर्ड नाल थोड़ी घट होगी, हुण एक टाइगर की कैट नाल बिल्कुल ही घट होगी। इदां इदां आपां उपर जिवें जिवें जांदे जावांगे सिमिलैरिटीज़ घटदी जाणगियां। सो फैमिलीज़ आर फॉर्मड ऑन, ये थोड़ा पूछा जा सकता है, इंपॉर्टेंट फॉर नीट एज वेल। फैमिलीज़ आर फॉर्मड ऑन द बेसिस ऑफ बोथ वेजिटेटिव एंड रिप्रोडक्टिव फीचर्स ऑफ प्लांट स्पीशीज़। दोनों कैरेक्टर्स नूं लिता जांदा है, वेदर इट इज़ वेजिटेटिव, वेदर इट इज़
रिप्रोडक्टिव जिवें मैं गल करा परिवार फैमिली सोलेनेसी दे अंदर 3 जनर आंदे आ सोलेनम पेटूनिया एंड दतूरा पेटूनिया सोलेनम एंड दतूरा तीनों जो है सोलेनेसी फैमिली के अंदर आंदे हैं सोलेनम के अंदर आप स्पीशीज पार्टी टाइब्रोसम ट्यूब्रोसम हो गया पोटैटो मेलेंजना हो गया सेम फॉर पेटूनिया के अंदर काफ़ी स्पीशीज आते हैं दतूरा के अंदर स्पीशीज आती है सो समझ आ रहा है आप किवें कंबाइन करते हो ऊपर की तरफ जा रहे हैं ਹੁਣ ਆਪਾਂ ਪੈਂਥਰਾ ਦੀ ਗੱਲ ਕਰੀਏ ਪੈਂਥਰਾ ਚ ਲਾਇਨ ਹੈ ਟਾਈਗਰ ਹੈ ਲੈਪਰਡ ਹੈ ਇਹਨੂੰ ਆਪਾਂ ਦੂਸਰੇ ਜੀਨਸ ਨਾਲ ਕੰਬਾਈਨ ਕੀਤਾ ਵਿਚ ਇਜ਼ ਫੈਲਿਸ ਜਿਹਦੇ ਅੰਦਰ ਆਪਾਂ ਕੈਟਸ ਪੜ੍ਹੀਆਂ ਸੀ ਇਨ ਦ ਫੈਮਿਲੀ ਫੈਲਿਡੀ ਦੇ ਅੰਦਰ ਪੈਂਥਰਾ और जो अपना फैलिस है दोनों आते हैं पैंथरा के अंदर अगे टिग्रिस लैपर्ड तो अपना लायन आता है तो इधर फैलिस अंदर अपनी कैट वगैरह आती है सो ये सारा समझ आ रहा है कि बनता जा रहा है हायरार्की बनती जा रही है उपर नूं और डॉग्स की फैमिली की होंगी है कैनेडी हुण कैट और डॉग की भी आपस में कुछ सिमिलैरिटी होगी सो कैट और डॉग नूं मैं एक कैटेगरी च पाऊंगी ऑर्डर विच इज़ मैमल्स animal order sorry carnivora I'm so sorry mammal is class carnivora so what is the order it is a group of families जिस हजे भी कुछ सिमिलर करैक्टरिस्टिक्स ही बचे हैं और बट एक घट होंगे जिवें जनरा दे विच क्योंकि जिवें जो ऊपर जा रहे हैं सिमिलर करैक्टरिस्टिक्स घटते जाएंगे मेरे को फैमिलीज हैं प्लांट दी कॉन्वलवेसी होगी सोरेनेसी होगी इन्हां दा ऑर्डर की है पॉलीमोनियल्स क्यों मेनली बेस्ड ऑन द फ्लोरल कैरेक्टर्स इन्हों का ऑर्डर बन गया पॉलीमोनियल्स सो पॉलीमोनियल्स अंदर कितनी फैमिलीज आती है कॉन्वलवेसी होगी सोलेनेसी होगी सेम फॉर कार्निवोरा ऑर्डर वो अंदर फैलिडी भी आ गई कैनेडी भी आ गई मतलब मैंने डॉग और कैट नू भी सिमिलर करैक्टर्स देख के एक अगे बड़ी कैटेगरी च पाता नैक्सट इज क्लास इज प्राइमेटा होगी प्राइमेटा दे विच मैन मंकी और एप्स आ गए और इस सारे आदमी मंकी एप्स सब मैमेलिया क्लास च रखा गया है विद ऑर्डर कार्निवोरा ऑर्डर इन्हों का कार्निवोरा है और बहुत सारे कार्निवोरा के ऑर्डर्स वाले जो मिलके है वो मैमेलिया क्लास के अंडर आ गए एंड ये अंदर टाइगर कैट और डॉग हूँ सारे इकट्ठे हो गए पहला मैंने टाइगर लायन और लैपर्ड में इकट्ठे किया फिर हौली हौली कैट भी जुड़ गई हुण तीसरी कड़ी डॉग भी जुड़ गई लेकिन कदों जुड़ी जब मैं 5th तक पहुँच गई क्लास तक पहुँच गई मैमेलिया तक पहुँच गई ठीक है नेक्स्ट इज फाइलम इज बेसिकली टर्म फाइलम इज यूज्ड फॉर एनिमल्स एंड डिवीजन जो है दैट इज यूज्ड फॉर प्लांट्स ठीक है इस ज़्यादा कुछ नहीं है हुण तो बिल्कुल ही सिमिलर रह बिल्कुल वेरी लैस सिमिलर करैक्टर्स रह गए जिवें मेरे को फाइलम है कॉर्डेटा के अंदर बहुत सारी क्लासेस आती है पाइसिस हो गए यानी मछलियां का परिवार एम्फीबिया हो गया रेप्टाइल्स हो गए एव्स यानी बर्ड्स मैमल्स हो गए हुण तक आप मैमल्स तक रुके हुए सी या सारे मैमल्स गिन रहे सी हुणे सारे इंक्लूडिंग मछली च भी हुण तो मैंने टाइगर दी मछली नाल भी सिमिलैरिटी दिखाती टाइगर दी मैंने बर्ड्स नाल भी सिमिलैरिटी दिखाती सारे कॉर्डेटा है क्यों क्योंकि अपने अंदर नोटोकोड है टाइगर के अंदर भी नोटोकोड है और पाइसिस के अंदर भी नोटोकोड है सब के अंदर है बेसिकली ठीक है नेक्स्ट इज किंगडम इज बेसिकली हाईएस्ट कैटेगरी एनिमिलिया हुण वेदर इट इज़ मेरा छोटा जा जो बीमारी करने वाला एजेंट है कोई पैरासाइट हुई है वेदर इट इज़ टाइगर मैंने इन्हां च सिमिलैरिटी दिखाती क्यों क्योंकि दोनों एनिमल किंगडम च आंदे हैं देखा तो दोनों पैरासाइट एक छोटा जा मेरे इंटेस्टाइन के अंदर है ओदी तो टाइगर की की सिमिलैरिटी है बट स्टिल दे आर इन सेम किंगडम एनिमल क्योंकि प्लांट नहीं है क्योंकि ये यूकैरियोट है एनिमलिया के सारे कैरेक्टरिस्टिक्स हैं पैरासाइट के विच भी हैं और टाइगर के विच भी हैं ठीक है सो इदा करके हम आप किंगडम प्लांटे ते आ गए एज वी गो क्लास चल रही है ना हाँ एज वी गो फ्रॉम स्पीशीज़ टू किंगडम जिमें जिमें आप नीचे ऊपर जा रहे हैं नंबर ऑफ कॉमन कैरेक्टर्स घटते जा रहे हैं पैरासाइट या टाइगर च की कॉमन है घटते जा रहे हैं जिन्ना लोअर द टैक्सा सीगा किन्ने ज़्यादा कॉमन कैरेक्टर सी टाइगर और लैपर्ड दे विच लेकिन जिमें जिमें ऊपर जा रहे हैं फ्यूअर करैक्टर्स जोड़े हैं मैंबर शेयर करते एक दूसरे नाल सो दैट्स वाई वी कैन से लेकिन एक चीज़ है नंबर ऑफ ऑर्गेनिजम्स वध रहे स्पीशीज़ तो किंगडम दे विच जब तक आप किंगडम चाहे कितना कुछ इंक्लूड करता जिवें जो आप ऊपर जा रहे थे देखो कड़ी जुड़ती जा रही सी ना अगे चलते हैं टेक्सॉन मेयर हैज़ डिफाइंड टेक्सॉन एज टेक्सोनोमिक ग्रुप ऑफ एनी रैंक बेसिकली टेक्सॉन रिप्रेजेंट्स अ रियल बायोलॉजिकल ऑब्जेक्ट इन एनी कैटेगरी इटसेल्फ इज एन एब्स्ट्रैक्ट टर्म एंड नहीं समझना टेक्सॉन इज बेसिकली जिन्होंने देख के थोड़ी अक्खा च फोटो बने इफ आई से टाइगर यू नो वट टाइगर इज बट इफ आई से मैमल यू डोंट नो एग्जैक्टली मैं किस मैमल की गल कर रही हाँ ठीक है
बाकी आ थोड़ा थोड़ा जिहा टेबल पढ़ना है, इनू ध्यान नाल पढ़ना है। दिस इज़ द लास्ट टॉपिक ऑफ द चैप्टर, इस तो बाद अपना चैप्टर फिनिश है। सो ध्यान नाल पढ़ना है। ह्यूमन इहदा कॉमन नेम है। ह्यूमन दे जनरा हुंदा होमो, स्पीशीज़ हुंदी है सेपियंस, फैमिली इज़ होमिनिडी, ऑर्डर प्राइमेटा, क्लास मैमेलिया, डिवीजन कॉर्डेटा, फाइलम एनिमेलिया। सेम गोज़ फॉर डॉग, कैनिस, फेमिलियरिस, कैनिडी, कार्निवोरा, मैमेलिया, कॉर्डेटा, एनिमेलिया। देखो इत्थे तक सेम कैरेक्टर है डॉग और ह्यूमन दे। दैन हाउस फ्लाई, मस्का डोमेस्टिका, मस्किनी दी फैमिली होंदी है। ऑर्डर इहदा याद रखना, डिप्टेरा इहदा, सैपिंडेल्स, ये दोनों पूछ लेंदे आ मेनली नीट वगैरह दे विच भी। नैक्सट क्लासिस इहदी इंसेक्टा, आर्थ्रोपोडा, एनिमिलिया। नैक्सट फॉर मैंगो मैंजीफेरा इंडिका, फैमिली इहदी एनाकार्डियेसी है। ऑर्डर इहदा सैपिंडेल्स है। क्लास इहदी डाइकोटिलिडनी है। वीट दे विच मोनोकोटिलिडनी होंदी है। दोनों एंजियोस्पर्म है। फाइलम प्लांटे है। देखो इत्थे तक दोनों दे विच सिमिलैरिटी है। नैक्सट इज वीट की गल करिए, वीट इज़ क्रिटिकम एस्टिवम, पोएसी, पोएल्स, मोनोकोटिलिडनी, एंजियोस्पर्म एंड प्लांटी। एंड इत्थे अपना जो चैप्टर खत्म होंदा है। आई होप तुहानूं वीडियो वधिया लगी होगी। वीडियो वधिया लगी वीडियो लाइक करो, शेयर करो, कमेंट करो, तो चैनल को सबसक्राइब करो। थैंक्स फॉर वॉचिंग द वीडियो।